31 ਜਥੇਬੰਦੀਆਂ ਨੇ ਕਾਲ ਦਿੱਤੀ ਸੀ ਕਿ ਰੇਲਾਂ ਬੰਦ ਕਰ ਦਾਂਗੇ, ਪੰਜਾਬ ਦੀਆਂ ਰੇਲ ਲਾਈਨਾਂ ਸਾਰੀ ਮੁਕੰਮਲ ਬੰਦ ਕਰ ਦਾਂਗੇ ਤੇ ਬੰਦ ਕਰ ਵੀ ਦਿੱਤੀਆਂ ਗਈਆਂ ਨੇ। ਇਹਨਾਂ ਦਾ ਭਾਂਡਾ ਫੁੱਟ ਚੁੱਕਿਆ। ਇਹ ਕਿਸਾਨ ਨੂੰ ਵਰਗਲਾਉਣ ਤੇ ਲੱਗੀਆਂ ਨੇ। ਕਿਸਾਨ ਕਿਸੇ ਗੱਲਾਂ ਵਿੱਚ ਨਹੀਂ ਆਵੇਗਾ। ਤੇ ਖਾਸ ਕਰਕੇ ਪੰਜਾਬ ਤੇ ਰਾਜਸਥਾਨ ਦੀ ਫਸਲ ਸਾਡੇ ਹਰਿਆਣਾ ਦੇ ਵਿੱਚ ਨਾ ਆਵੇ, ਕਿਉਂਕਿ ਆਰਡੀਨੈਂਸਾਂ ਦੇ ਵਿੱਚ ਇਹ ਗੱਲ ਮੈਂਸ਼ਨ ਕੀਤੀ ਗਈ ਹੈ। देखो ਜਿਹੜਾ ਇਹਨਾਂ ਨੇ ਕਿਸਾਨ ਨੂੰ ਜਿਹੜੀ ਫਸਲ ਵੇਚਣ ਦੀ ਖੁੱਲ੍ਹ ਤੀ ਉਹ ਪਹਿਲਾਂ ਵੀ ਹੈਗੀ ਸੀ, ਇਹ ਕੋਈ ਨਵੀਂ ਗੱਲ ਨਹੀਂ ਹੈ। ਪਰ ਪ੍ਰੋਬਲਮ ਇਹ ਆ ਵੀ ਇੱਕ ਜ਼ਿਮੀਂਦਾਰ ਹੁਣ ਸਾਡੇ ਜਿਹੜੇ ਪੰਜਾਬ ਦੇ ਜ਼ਿਮੀਂਦਾਰ, ਆਪਾਂ ਪੰਜਾਬ ਦੀ ਉਹ ਗੱਲ ਕਰ ਲਈਏ, 70% ਜ਼ਿਮੀਂਦਾਰ ਰਹੇ ਜਿਹੜੇ ਕਿ ਕਿਰਾਏ 'ਤੇ ਕੰਮ ਕਰਾ ਰਹੇ ਹਨ। ਜੇ ਉਹ ਆਪਣੇ ਕਿਰਾਏ 'ਤੇ ਮਾਲ ਲੈ ਕੇ ਆਉਂਦੇ, ਰਾਜਪੁਰੇ ਦਾ ਮਾਲ ਲੈ ਕੇ ਆਉਂਦੇ ਆ, ਤਾਂ ਉਹ ਅੰਬਾਲੇ ਜਾਣਗੇ ਤਾਂ ਉਹਨੂੰ ਕਿਰਾਇਆ ਵੱਧ ਪਊਗਾ। ਕੀ ਸਰਕਾਰ ਵਾਪਸ ਲੈ ਸਕਦੀ ਹੈ ਨਾ ਆਰਡੀਨੈਂਸ ਵਾਪਸ ਕਰ ਸਕਦੀ ਹੈ ਬਿੱਲਾਂ ਨੂੰ ਜੋ ਕਾਨੂੰਨ ਬਣ ਗਏ ਨੇ ਹੁਣ? सरकार क्यों नहीं वापस कर सकती है। जनता नाल है, जनता की सरकार बनाई हुई है, जनता के ऊपर कुछ नहीं है। जनता की वोटां लेके मोदी बनया सी, हुण जनता की उल्ट चल रहा है, जनता तख्त बदल सकती है। ये सब गुमराह कर रही है सेंटर सरकार। ये सारा इन्हां दा जिहड़ा भट्ठा सीगा सामने आ गया, भांडा फुट गया इन्हां दा। बिल्कुल इन्हां दी धोखेबाजी है जिमींदारे नाल। किसान का जिमींदार दूजी जगह फसल लिजानी औखी आ। अपनी लोकल मंडी च जिमींदार मसां फसल लेके आता अपनी, ਉਹਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ। ਕੋਈ ਵੀ ਸੀਜ਼ਨ ਆ ਉਹਦੇ ਕੋਲ 2 ਸੀਜ਼ਨ ਇਕੱਠੇ ਹੋ ਜਾਂਦਾ ਹੈ, ਇੱਕ ਵਢਾਈ ਦਾ ਇੱਕ ਬਜਾਈ ਦਾ। ਭਾਜਪਾ ਦੀ ਕੇਂਦਰ ਸਰਕਾਰ ਨੇ ਜੋ ਖੇਤੀ ਵਿਰੋਧੀ 3 ਆਰਡੀਨੈਂਸ ਪਾਸ ਕੀਤੇ ਨੇ, ਇਹਨਾਂ ਆਰਡੀਨੈਂਸਾਂ ਨੂੰ ਲੈ ਕੇ ਅੱਜ ਫਿਰ ਸ਼ੰਭੂ ਦੇ ਵਿੱਚ ਇੱਕ ਬੜੇ ਵੱਡੇ ਪੱਧਰ ਦੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। 31 ਜਥੇਬੰਦੀਆਂ ਨੇ ਕਾਲ ਦਿੱਤੀ ਸੀ ਕਿ ਰੇਲਾਂ ਬੰਦ ਕਰ ਦਾਂਗੇ, ਪੰਜਾਬ ਦੀਆਂ ਰੇਲ ਲਾਈਨਾਂ ਸਾਰੀ ਮੁਕੰਮਲ ਬੰਦ ਕਰ ਦਾਂਗੇ ਤੇ ਬੰਦ ਕਰ ਵੀ ਦਿੱਤੀਆਂ ਗਈਆਂ ਨੇ। ਇਹਨੂੰ ਲੈ ਕੇ ਸ਼ੰਭੂ ਦੇ ਵਿੱਚ ਅੱਜ 13 ਕਿਸਾਨ ਜਥੇਬੰਦੀਆਂ ਨੇ ਸ਼ਾਮਲ ਹੋ ਕੇ ਇੱਕ ਵੱਡਾ ਇਕੱਠ ਕੀਤਾ। ਤੁਸੀਂ ਸਾਡੇ ਨਾਲ ਲਗਾਤਾਰ ਚੈਨਲ ਪੰਜਾਬੀ ਦੇ ਉੱਤੇ ਸਾਡੇ ਲਾਈਵ ਦੇ ਜ਼ਰੀਏ, ਸਾਡੀ ਖਬਰਾਂ ਦੇ ਜ਼ਰੀਏ ਤੁਸੀਂ ਇਹ ਇਕੱਠ ਦੇਖ ਰਹੇ ਹੋ ਕਿ ਕਿਵੇਂ ਜਥੇਬੰਦੀਆਂ ਨੇ ਇਕੱਠ ਕਰਕੇ ਰੇਲ ਲਾਈਨਾਂ ਜਾਮ ਕੀਤੀਆਂ ਨੇ, ਕਿਉਂਕਿ ਕੇਂਦਰ ਸਰਕਾਰ ਨੇ ਜੋ ਖੇਤੀ ਨਾਲ ਸੰਬੰਧਿਤ 3 ਆਰਡੀਨੈਂਸ ਪਾਸ ਕੀਤੇ ਗਏ ਸੀ, ਜਿਨ੍ਹਾਂ ਆਰਡੀਨੈਂਸਾਂ ਦੇ ਵਿੱਚੋਂ ਇੱਕ ਆਰਡੀਨੈਂਸ ਸੀ ਕਿ ਕਿਸਾਨ ਆਪਣੀ ਫਸਲ ਕਿਤੇ ਵੀ ਲੈ ਕੇ ਵੇਚ ਸਕਦਾ। ਪਰ ਇਹਨਾਂ ਆਰਡੀਨੈਂਸਾਂ ਦੀ ਉਸ ਸਮੇਂ ਹਵਾ ਨਿਕਲ ਗਈ। ਰਾਈਸ ਮਿਲਸ ਨੂੰ ਇਹ ਸੁਨੇਹਾ ਦਿਆ ਕਿ ਖਾਸ ਕਰਕੇ ਪੰਜਾਬ ਤੇ ਰਾਜਸਥਾਨ ਦੀ ਫਸਲ ਸਾਡੇ ਹਰਿਆਣਾ ਦੇ ਵਿੱਚ ਨਾ ਆਵੇ, ਕਿਉਂਕਿ ਆਰਡੀਨੈਂਸਾਂ ਦੇ ਵਿੱਚ ਇਹ ਗੱਲ ਮੈਂਸ਼ਨ ਕੀਤੀ ਗਈ ਹੈ ਕਿਸਾਨ ਆਪਣੀ ਫਸਲ ਕਿਤੇ ਵੀ ਜਾ ਕੇ ਵੇਚ ਸਕਦਾ। ਹਰਿਆਣਾ ਨੇ ਬੰਦ ਕਰ ਦਿੱਤਾ ਹੈ। ਆਓ ਗੱਲ ਕਰਦੇ ਹਾਂ ਕਿਸਾਨ ਜਥੇਬੰਦੀਆਂ ਨਾਲ, ਜਿਨ੍ਹਾਂ ਨੇ ਰੇਲਾਂ ਤੁਰੰਤ ਮੁਕੰਮਲ ਬੰਦ ਕਰ ਦਿੱਤੀਆਂ ਨੇ। ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕੁਝ ਆਗੂ ਨੇ, ਜਿਨ੍ਹਾਂ ਨਾਲ ਗੱਲ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਸੀਂ ਪਟਿਆਲਾ ਦੇ ਸੀਨੀਅਰ ਆਗੂ, ਰਾਜਪੁਰਾ ਦੇ ਸੀਨੀਅਰ ਆਗੂ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸਰਦਾਰ ਹਰਜੀਤ ਸਿੰਘ ਟਹਿਲਪੁਰ ਸਾਹਿਬ, ਤੁਸੀਂ ਕਿਵੇਂ ਸਮਝਦੇ ਹੋ ਕਿ ਜੇਕਰ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਕਿਸਾਨ ਆਪਣੀ ਫਸਲ ਕਿਤੇ ਵੀ ਲੈ ਕੇ ਵੇਚ ਜਾ ਸਕਦਾ, 3 ਆਰਡੀਨੈਂਸ ਪਾਸ ਕੀਤੇ ਸੀ ਉਹਨਾਂ ਨੇ। ਇੱਕ ਆਰਡੀਨੈਂਸ ਸੀ ਕਿ ਕਿਸਾਨ ਨੂੰ ਖੁੱਲ੍ਹ ਹੋਵੇਗੀ, ਕਿਸਾਨ ਆਪਣੀ ਫਸਲ ਕਿਤੇ ਵੀ ਲੈ ਕੇ ਵੇਚ ਸਕਦਾ। ਪਰ ਕੱਲ ਹਰਿਆਣਾ ਸਰਕਾਰ ਨੇ ਇਹ ਰਾਈਸ ਮਿਲਸ ਨੂੰ ਕਹਿਤਾ ਹੈ ਕਿ ਕਿਸਾਨ ਖਾਸ ਕਰਕੇ ਝੋਨਾ ਤੇ ਝੋਨਾ ਰਾਜਸਥਾਨ ਤੇ ਪੰਜਾਬ ਦਾ ਝੋਨਾ ਅਸੀਂ ਨਹੀਂ ਖਰੀਦਾਂਗੇ। ਦੂਜੇ ਪਾਸੇ ਬੀਜੇਪੀ ਸਰਕਾਰ ਦਾ ਕਹਿਣਾ ਹੈ ਕਿ ਬੀਜੇਪੀ ਸਰਕਾਰ ਜੋ ਹਰਿਆਣਾ ਦੇ ਵਿੱਚ ਹੈ, ਹੁਣ ਉਹ ਸਰਕਾਰ ਸੈਂਟਰ ਦੇ ਵਿੱਚ ਵੀ ਹੋਈ ਸਰਕਾਰ ਹੈ, ਹਰਿਆਣਾ ਨੇ ਕਹਿਤਾ ਕਿ ਪੰਜਾਬ ਤੇ ਰਾਜਸਥਾਨ ਦਾ ਅਸੀਂ ਫਸਲ ਨਹੀਂ ਖਰੀਦਾਂਗੇ। ਤੁਸੀਂ ਕਿਵੇਂ ਦੇਖਦੇ ਹੋ ਇਹਨੂੰ? ਦੇਖੋ ਜਿਹੜਾ ਇਹਨਾਂ ਨੇ ਕਿਸਾਨ ਨੂੰ ਜਿਹੜੀ ਫਸਲ ਵੇਚਣ ਦੀ ਖੁੱਲ੍ਹ ਤੀ ਉਹ ਪਹਿਲਾਂ ਵੀ ਹੈਗੀ ਸੀ, ਇਹ ਕੋਈ ਨਵੀਂ ਗੱਲ ਨਹੀਂ ਹੈ। ਪਰ ਪ੍ਰੋਬਲਮ ਇਹ ਆ ਵੀ ਇੱਕ ਜ਼ਿਮੀਂਦਾਰ ਹੁਣ ਸਾਡੇ ਜਿਹੜੇ ਪੰਜਾਬ ਦੇ ਜ਼ਿਮੀਂਦਾਰ, ਆਪਾਂ ਪੰਜਾਬ ਦੀ ਉਹ ਗੱਲ ਕਰ ਲਈਏ, 70% ਜ਼ਿਮੀਂਦਾਰ ਰਹੇ ਜਿਹੜੇ ਕਿ ਕਿਰਾਏ 'ਤੇ ਕੰਮ ਕਰਾ ਰਹੇ ਹਨ। ਜੇ ਉਹ ਆਪਣੇ ਕਿਰਾਏ 'ਤੇ ਮਾਲ ਲੈ ਕੇ ਆਉਂਦੇ, ਰਾਜਪੁਰੇ ਦਾ ਮਾਲ ਲੈ ਕੇ ਆਉਂਦੇ ਆ, ਤਾਂ ਉਹ ਅੰਬਾਲੇ ਜਾਣਗੇ ਤਾਂ ਉਹਨੂੰ ਕਿਰਾਇਆ ਵੱਧ ਪਊਗਾ। ਉੱਥੇ ਉਹਨਾਂ ਦਾ ਰੇਟ ਪਤਾ ਨਹੀਂ ਕੀ ਲੱਗਦਾ, ਪਤਾ ਨਹੀਂ। ਜਿਸ ਤਰ੍ਹਾਂ ਹੁਣ ਤੁਸੀਂ ਦੱਸ ਰਹੇ ਹੋ ਵੀ ਉਹ ਸਰਕਾਰ ਨੇ ਮਨਾ ਕਰਤਾ ਖਰੀਦਣਾ। ਕੱਲ ਉਹਨਾਂ ਨੇ ਮਨਾ ਕਰਤਾ ਕਿ ਪੰਜਾਬ ਤੇ ਰਾਜਸਥਾਨ ਦੀ ਫਸਲ ਅਸੀਂ ਨਹੀਂ ਖਰੀਦਾਂਗੇ। ਇਹਦੇ ਨਾਲ ਤਾਂ ਕਿਸਾਨ ਦਾ ਹੋਰ ਨੁਕਸਾਨ ਹੋਊਗਾ। ਇਹਦਾ ਨੁਕਸਾਨ ਕਿਸਾਨ ਦਾ ਫਾਇਦਾ ਨਹੀਂ ਬਲਕਿ ਨੁਕਸਾਨ ਹੋ ਰਿਹਾ ਇਹਦੇ ਨਾਲ। ਆ ਵੀ ਦੇਖੋ ਨਾ ਕਿ ਇੱਕ ਆਰਡੀਨੈਂਸ ਤਾਂ ਆਹ ਕਿ ਕਿਸਾਨ ਆਪਣੀ ਫਸਲ ਕਿਤੇ ਵੀ ਲੈ ਕੇ ਵੇਚ ਜਾ ਸਕਦਾ, ਇਹ ਤਾਂ ਕੱਲੇ ਹਵਾ ਨਿਕਲ ਗਈ। ਕਿਸਾਨ ਦਾ ਜ਼ਿਮੀਂਦਾਰ ਨੂੰ ਦੂਜੀ ਜਗ੍ਹਾ ਫਸਲ ਲਿਜਾਣੀ ਔਖੀ ਆ। ਆਪਣੀ ਲੋਕਲ ਮੰਡੀ 'ਚ ਜ਼ਿਮੀਂਦਾਰ ਮਸਾਂ ਫਸਲ ਲੈ ਕੇ ਆਉਂਦਾ ਆਪਣੀ, ਉਹਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ। ਕੋਈ ਵੀ ਸੀਜ਼ਨ ਆ ਉਹਦੇ ਕੋਲ 2 ਸੀਜ਼ਨ ਇਕੱਠੇ ਹੋ ਜਾਂਦਾ ਹੈ, ਇੱਕ ਵਢਾਈ ਦਾ ਇੱਕ ਬਜਾਈ ਦਾ। ਭਾਵੇਂ ਕਣਕ ਦਾ ਸੀਜ਼ਨ ਆ ਭਾਵੇਂ ਜੀਰੀ ਦਾ, ਉਹਨੂੰ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਆਪਣੀ ਫਸਲ ਜਾ ਕੇ ਗੁਜਰਾਤ ਬਿਹਾਰ ਵੇਚੇ। ਸਰਕਾਰ ਤਾਂ ਕਹਿੰਦੀ ਤੁਸੀਂ ਆਪਣੀ ਫਸਲ ਜਿੱਥੇ ਮਰਜ਼ੀ ਲੈ ਕੇ ਵੇਚ ਸਕਦੇ ਹੋ ਜਾ ਕੇ। ਜਿਹਦੇ ਕੋਲ 2 ਏਕੜ ਜ਼ਮੀਨ ਹੈ, 40 ਕੁਇੰਟਲ ਉਹਦੇ ਕਣਕ ਦੇ ਹੋਏ, ਉਹ 40 ਕੁਇੰਟਲ ਆਪਣੀ ਮਹਾਰਾਸ਼ਟਰ ਦੇ ਵਿੱਚ ਕਿਵੇਂ ਵੇਚਣ ਜਾਊਗਾ? ਮੈਂ ਉਜਾਗਰ ਸਿੰਘ ਧਮੋਲੀ, ਸੀਨੀਅਰ ਮੀਤ ਪ੍ਰਧਾਨ BKO ਸਿੱਧੂਪੁਰ। ਸਰ, ਫਸਲ ਨੂੰ ਕਿੱਥੇ ਵੇਚਣਾ ਕਿਸਾਨ ਨੇ? ਹੁਣ ਤੁਸੀਂ ਹੁਣੇ ਸਵਾਲ ਪੁੱਛਿਆ ਸੀ ਕਿ
ਖੱਟੜ ਕਹਿੰਦੇ ਹੈ ਕਿ ਅਸੀਂ ਹਰਿਆਣਾ 'ਚ ਵਿੱਚ ਨਹੀਂ ਦੇਵਾਂਗੇ। ਇਹਦਾ ਸੈਂਟਰ ਦੀ ਜੋ ਪਾਲਿਸੀ ਹੈ ਇਹਦਾ ਭੰਡ ਤਾਂ ਪਹਿਲਾਂ ਹੀ ਫੁੱਟ ਗਿਆ। ਦੂਜੀ ਰਹੀ ਗੱਲ ਖੁੱਲੀ ਮੰਡੀ ਦੀ, ਹੁਣ ਇੱਥੇ ਸ਼ਿਮਲੇ ਦਾ ਆਲੂ ਚੰਡੀਗੜ੍ਹ ਵਿਕਦਾ, MP ਦੀ ਕਣਕ ਇੱਥੇ ਵਿਕਦੀ ਹੈ। ਆਪਣੇ ਕਈ ਪੰਜਾਬ ਦੇ ਕਿਸਾਨ ਅੰਬਾਲੇ ਜੀਰੀ ਵੇਚਦੇ ਆ ਅੱਗੇ ਹਰ ਸਾਲ ਇਸ ਤੋਂ ਬਿਨਾ। ਸੋ ਪਹਿਲਾਂ ਵੀ ਕਿਸਾਨ ਆਜ਼ਾਦ ਹੈ, ਇਹ ਸਿਰਫ ਡਰਾਮਾ ਕੀਤਾ ਜਾ ਰਿਹਾ। ਦੂਜੀ ਗੱਲ ਉਹਨਾਂ ਵੱਲੋਂ ਇਹ ਕਹੀ ਜਾ ਰਹੀ ਹੈ ਕਿ ਜੋ ਪ੍ਰਾਈਵੇਟ ਏਜੰਸੀਆਂ ਹੋਣਗੀਆਂ ਉਹ ਕਿਸਾਨ ਨੂੰ ਵੱਧ ਮੁੱਲ ਦੇਣਗੀਆਂ। ਪ੍ਰਾਈਵੇਟ ਏਜੰਸੀਆਂ ਵੱਧ ਮੁੱਲ ਕਿਉਂ ਦੇਣਗੀਆਂ ਕਿਸਾਨ ਨੂੰ? ਇਹ ਸਿਰਫ ਬਹਿਕਾਵੇ ਵਿੱਚ BJP ਗੱਲਾਂ ਕਰ ਰਹੀ ਹੈ, ਜੋ ਕਿਉਂਕਿ ਇਹਨਾਂ ਦਾ ਭਾਂਡਾ ਫੁੱਟ ਚੁੱਕਿਆ। ਇਹ ਕਿਸਾਨ ਨੂੰ ਵਰਗਲਾਉਣ ਤੇ ਲੱਗੀਆਂ ਨੇ। ਕਿਸਾਨ ਕਿਸੇ ਗੱਲਾਂ ਵਿੱਚ ਨਹੀਂ ਆਵੇਗਾ। ਸੋ ਸਾਡਾ ਜੋ ਅੰਦੋਲਨ ਹੈ ਇਹਦੀ ਗੂੰਜ ਦਿੱਲੀ ਤੋਂ ਵੀ ਅੱਗੇ UN ਤੱਕ ਵੀ ਜਾਵੇਗੀ। ਇਹ ਸੈਂਟਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ। ਜੇ ਹੁਣ ਹੱਲ ਕਰ ਲੈਂਦੀ ਆ ਠੀਕ ਹੈ, ਨਹੀਂ ਅਸੀਂ ਮਰੇ ਤਾਂ ਪਹਿਲਾਂ ਹੀ ਪਏ ਆ, ਫਿਰ ਚਾਰ ਨੂੰ ਲੈ ਕੇ ਹੀ ਮਰਾਂਗੇ। ਤੁਸੀਂ ਕੀ ਸਮਝਦੇ ਹੋ ਕਿ ਸਰਕਾਰ ਦੀ ਜਿਹੜੀ ਨੀਤੀਆਂ ਨੇ ਤੇ ਆਰਡੀਨੈਂਸ ਪਾਸ ਕਰਕੇ ਖਾਸ ਕਰਕੇ ਕਿਸਾਨ ਜਥੇਬੰਦੀਆਂ ਦਾ ਇਹ ਕਹਿਣਾ ਹੈ ਕਿ ਸਾਡੀਆਂ ਜ਼ਮੀਨਾਂ ਖੋ ਕੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਜਾਣਗੀਆਂ, ਤੁਸੀਂ ਕਿਵੇਂ ਦੇਖਦੇ ਹੋ ਇਹਨੂੰ? ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਗੱਲ ਹੈ। ਬਾਕੀ ਜਿਹੜੀ ਤੁਸੀਂ ਹੁਣ ਖਰੀਦ ਦੀ ਗੱਲ ਕਰ ਰਹੇ ਹੋ, ਖਰੀਦ ਤਾਂ ਪੰਜਾਬ ਦੇ ਵਿੱਚ ਵੀ ਨਹੀਂ ਹੋ ਰਹੀ ਜੀ, ਦੂਸਰੀ ਸਟੇਟ ਦੇ ਵਿੱਚ ਤਾਂ ਬਾਅਦ ਦੀ ਗੱਲ ਹੈ, ਸਾਡੀ ਆਪਣੀ ਸਟੇਟ 'ਚ ਵੀ ਨਹੀਂ ਹੋ ਰਹੀ। ਕਿ ਬੋਲੀ ਸ਼ੁਰੂ ਹੋ ਚੁੱਕੀ ਹੈ? ਬੋਲੀ ਇਹ ਕਹਿ ਰਹੇ ਹਾਂ ਬੋਲੀ ਸ਼ੁਰੂ ਹੋ ਚੁੱਕੀ ਹੈ, ਕੋਈ ਬੋਲੀ ਨਹੀਂ ਹੋ ਰਹੀ। ਅਸੀਂ ਰੋਜ਼ ਆੜਤੀਆਂ ਨੂੰ ਪੁੱਛਦੇ ਹਾਂ ਫਸਲ ਵਢਾਉਣ ਨੂੰ ਹੋਈ ਪਈ ਹੈ ਵੀ ਫਸਲ ਵੱਢੀਏ ਜੀ ਬੋਲੋ, ਉਹ ਕਹਿੰਦੇ ਕੋਈ ਬੋਲੀ ਨਹੀਂ ਹੈ। ਹੁਣ ਆੜਤੀਆਂ ਦੀ ਹੜਤਾਲ ਹੋ ਗਈ, ਆੜਤੀਆਂ ਨੂੰ ਆੜਤ ਨਹੀਂ ਮਿਲੀ, ਉਹਨਾਂ ਦੀ ਮਜ਼ਦੂਰੀ ਨਹੀਂ ਮਿਲੀ ਤੇ ਕਾਫੀ ਮਸਲੇ ਆ। ਇਹ ਸਭ ਗੁੰਮਰਾਹ ਕਰ ਰਹੀ ਹੈ ਸੈਂਟਰ ਸਰਕਾਰ। ਇਹ ਸਾਰਾ ਇਹਨਾਂ ਦਾ ਜਿਹੜਾ ਪੱਠਾ ਸੀਗਾ ਉਹ ਸਾਹਮਣੇ ਆ ਗਿਆ, ਭਾਂਡਾ ਫੁੱਟ ਗਿਆ ਇਹਨਾਂ ਦਾ। ਬਿਲਕੁਲ ਇਹਨਾਂ ਦੀ ਧੋਖੇਬਾਜ਼ੀ ਹੈ ਜ਼ਿਮੀਂਦਾਰੇ ਨਾਲ। ਜ਼ਿਮੀਂਦਾਰਾ ਤਾਂ ਇਹ ਇਸ ਤਰ੍ਹਾਂ ਟਰੈਕਾਂ ਦੇ ਉੱਤੇ ਬੈਠਿਆ ਕਿਉਂਕਿ ਇਹਨਾਂ ਦੀ ਸਾਰੀ ਧੋਖੇਬਾਜ਼ੀ ਸਾਹਮਣੇ ਆ ਰਹੀ ਹੈ। ਦੇਖਣਾ ਤਾਂ ਅੱਗੇ ਇਹ ਹੋਵੇਗਾ ਕਿ ਜੇਕਰ ਸੈਂਟਰ ਸਰਕਾਰ ਕੇਂਦਰ ਦੀ ਸਰਕਾਰ ਇਹਨਾਂ ਬਿੱਲਾਂ ਨੂੰ ਇਹਨਾਂ ਆਰਡੀਨੈਂਸਾਂ ਨੂੰ ਜੋ ਰਾਸ਼ਟਰਪਤੀ ਦੀ ਮੋਹਰ ਤੋਂ ਬਾਅਦ ਹੁਣ ਕਾਨੂੰਨ ਬਣ ਚੁੱਕੇ ਨੇ ਕਿ ਵਾਪਸ ਕਰੂਗੀ, ਤੁਸੀਂ ਕਿਵੇਂ ਦੇਖਦੇ ਹੋ ਕਿ ਸਰਕਾਰ ਵਾਪਸ ਲੈ ਸਕਦੀ ਹੈ ਇਹਨਾਂ ਆਰਡੀਨੈਂਸਾਂ ਨੂੰ, ਵਾਪਸ ਕਰ ਸਕਦੀ ਹੈ ਬਿੱਲਾਂ ਨੂੰ ਜੋ ਕਾਨੂੰਨ ਬਣ ਗਏ ਨੇ ਹੁਣ? ਦੇਖੋ ਸਰਕਾਰ ਅੱਗੇ ਅਸੀਂ ਜ਼ੋਰ ਲਾਵਾਂਗੇ, ਸਰਕਾਰ ਕਿਉਂ ਨਹੀਂ ਵਾਪਸ ਕਰ ਸਕਦੀ? ਕਰ ਸਕਦੀ ਹੈ, ਜਨਤਾ ਨਾਲ ਹੈ, ਜਨਤਾ ਕੀ ਸਰਕਾਰ ਬਣਾਈ ਵੀ ਹੈ, ਜਨਤਾ ਦੇ ਉੱਪਰ ਕੁਝ ਨਹੀਂ ਹੈ। ਜਨਤਾ ਕੀ ਵੋਟਾਂ ਲੈ ਕੇ ਮੋਦੀ ਬਣਿਆ ਸੀ, ਹੁਣ ਜਨਤਾ ਕੀ ਉਲਟ ਚੱਲ ਰਿਹਾ ਹੈ, ਜਨਤਾ ਤਖਤ ਬਦਲ ਸਕਦੀ ਹੈ। ਇਹਦਾ ਪਹਿਲਾਂ ਵੀ ਇਤਿਹਾਸ ਹੈ, ਜਿਹੜਾ ਵੀ ਜ਼ਿਮੀਂਦਾਰਾਂ ਦੇ ਗਰੀਬ ਬੰਦਿਆਂ ਦੇ ਵਿਰੁੱਧ ਰਹਿੰਦਾ ਹੈ ਉਸ ਨੂੰ ਗੌਰਮੈਂਟ ਜਾਂ ਜਿੰਨੇ ਵੀ ਆਗੂ ਹੈ ਜਾਂ ਜਥੇਬੰਦੀਆਂ ਸਾਰੀਆਂ ਤਾਰ ਸਕਦੀਆਂ। ਇਹ ਕਾਨੂੰਨ ਤਾਂ ਉਸਨੇ ਰਾਤੋਂ ਰਾਤ ਬਣਾਏ ਹੈ, ਐਤਵਾਰ ਨੂੰ ਬਣਾਏ ਹੈ, ਕੋਈ ਕਿਸੇ ਦੀ ਸਲਾਹ ਨਹੀਂ ਲਈ। ਜੇ ਰਹੀ ਗੱਲ ਸਿਆਸੀ ਪਾਰਟੀਆਂ ਦੀ, ਸਿਆਸੀ ਪਾਰਟੀਆਂ ਸਾਨੂੰ ਹੁਣੇ ਪਤਾ ਲੱਗ ਰਿਹਾ ਵੀ ਦੋਹਰਾ ਚਿਹਰਾ ਬੋਲ ਰਹੇ ਹੈ, ਕਹਿੰਦੇ ਕੁਛ ਹੈ ਕਰਦੇ ਕੁਛ ਹੈ। ਹੁਣ ਸਾਰੇ ਪੰਜਾਬ ਦੇ ਕਿਸਾਨ ਜਾਗਰਤ ਹੋ ਗਏ, ਤਾਂ ਹੀ ਤਾਂ ਅਸੀਂ ਕਿਸੇ ਵੀ ਸਿਆਸੀ ਪਾਰਟੀ ਨੂੰ ਆਪਣੇ ਵਿੱਚ ਦਖਲ ਨਹੀਂ ਹੋਣ ਦਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕਿਵੇਂ ਦੇਖਦੇ ਹੋ? ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਮੋਦੀ ਸਰਕਾਰ ਕਿੰਨਾ ਝੂਠ ਬੋਲਦੀ ਹੈ ਸ਼ੁਰੂ ਲੈ ਕੇ ਹੁਣ ਤੱਕ। ਪਹਿਲਾਂ ਇਹਨਾਂ ਨੇ 15 ਲੱਖ ਖਾਤਿਆਂ 'ਚ ਪਾਉਣ ਦਾ ਐਲਾਨ ਕੀਤਾ, ਫਿਰ ਸਵਾਮੀਨਾਥਨ ਰਿਪੋਰਟ ਤੋਂ ਭੱਜੇ, ਫਿਰ ਇਹ 3 ਆਰਡੀਨੈਂਸ ਲਿਆਏ ਜਿਹਨੂੰ ਕਹਿ ਰਹੇ ਆ ਵੀ MSP ਲਾਗੂ ਰਹੇਗਾ ਤੇ ਖੁੱਲੀ ਮੰਡੀ ਹੈ। ਇਹਦਾ ਸਬੂਤ ਹੁਣ ਤੁਹਾਡੇ ਸਾਹਮਣੇ ਹੈ ਕਿ ਹਰਿਆਣਾ ਪੰਜਾਬ ਦੀ ਜੀਰੀ ਐਂਟਰ ਨਹੀਂ ਹੋਣ ਦਿੰਦਾ। ਇਹ ਝੂਠ ਇਹਨਾਂ ਦਾ ਪਹਿਲਾਂ ਹੀ ਇੱਥੇ ਨਿਕਲ ਗਿਆ। ਦੂਜੀ ਗੱਲ ਸੀ ਦੀ MSP ਤੇ ਖਰੀਦੀ ਜਾਏਗੀ। ਰਾਜਪੁਰਾ ਮੰਡੀ ਵਿੱਚ ਜਾ ਕੇ ਦੇਖੋ MSP ਦੀਆਂ ਧੱਜੀਆਂ ਉੱਡ ਰਹੀਆਂ, ਜਿੱਥੇ ਵਪਾਰੀ MSP ਤੋਂ 188 ਰੁਪਏ ਥੱਲੇ ਜੀਰੀ ਖਰੀਦਣ ਲਈ ਕਿਸਾਨ ਨੂੰ ਮਜਬੂਰ ਕਰ ਰਹੇ ਹਨ। ਇਹ ਜਿਹੜੀ ਮੋਦੀ ਸਰਕਾਰ ਹੈ ਸਿਰਫ ਝੂਠ ਦੇ ਸਿਰ ਤੇ ਚੱਲ ਰਹੀ ਹੈ। ਇਹਨਾਂ ਇੱਕੋ ਕੰਮ ਹੈ, ਇੱਕ ਝੂਠ ਨੂੰ 100 ਵਾਰੀ ਬੋਲੋ ਤੇ ਉਹ ਸੱਚ ਲੱਗਣ ਲੱਗ ਜੇ। ਕਿਸਾਨ ਜਥੇਬੰਦੀਆਂ ਇਹਦਾ ਡਟ ਕੇ ਵਿਰੋਧ ਕਰਨਗੀਆਂ, ਲੰਬਾ ਸੰਘਰਸ਼ ਲੜਨਗੀਆਂ। ਹੋ ਸਕਿਆ ਤਾਂ ਦਿੱਲੀ ਜਾ ਕੇ ਦਿੱਲੀ ਦੇ ਤਖਤੋ ਤਾਜ ਨੂੰ ਹਰਾਵਾਂਗੇ ਅਤੇ ਲੋੜ ਪੈਣ ਤੇ ਕੁਰਬਾਨੀਆਂ ਦੇਣ ਤੋਂ ਵੀ ਨਹੀਂ ਹਟਾਂਗੇ। ਇਹ ਸਨ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕੁਝ ਮੁੱਖ ਨੁਮਾਇੰਦੇ, ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹ ਆਰਡੀਨੈਂਸ ਵਾਪਸ ਕਰਨੇ ਪੈਣਗੇ। ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਸਰਕਾਰ ਦਾ ਅੱਗੇ ਰਵੱਈਆ ਕੀ ਹੋਵੇਗਾ, ਕੀ ਸਰਕਾਰ ਇਹ ਆਰਡੀਨੈਂਸ ਵਾਪਸ ਕਰੂਗੀ? ਕਿਸਾਨ ਜਥੇਬੰਦੀਆਂ ਇਸ ਗੱਲ ਤੇ ਅੜੀ ਹੋਈਆਂ ਨੇ ਕਿ ਅਸੀਂ ਵਾਪਸ ਕਰਾਂਗੇ, ਹਟਾਂਗੇ। ਤੁਸੀਂ ਬਣੇ ਰਹੋ ਸਾਡੇ ਨਾਲ ਚੈਨਲ ਪੰਜਾਬੀ ਤੇ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।